एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਦਰ ਗੁਰਜੀਤ ਸਿੰਘ ਬਦੇਸ਼ਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਢੰਡੋਵਾਲ ਸ਼ਾਹਕੋਟ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਦਰ ਗੁਰਜੀਤ ਸਿੰਘ ਬਦੇਸ਼ਾ ਜੀ ਦਾ ਜਨਮ 7 ਸਤੰਬਰ 1957 ਨੂੰ ਪਿਤਾ ਸਦਰ ਵਜ਼ੀਰ ਸਿੰਘ ਜੀ ਦੇ ਘਰ ਮਾਤਾ ਪ੍ਰੀਤਮ ਕੌਰ ਹੋਣਾ ਦੀ ਕੁੱਖੋਂ ਕਲਕੱਤੇ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। 8ਵੀਂ ਤੱਕ ਦੀ ਪੜ੍ਹਾਈ ਆਪ ਜੀ ਨੇ ਸਰਕਾਰੀ ਸਕੂਲ ਨੰਗਲੰਬੀਆਂ ਤੋਂ ਪ੍ਰਾਪਤ ਕੀਤੀ। ਉਪਰੰਤ ਸਨ 1971 ਵਿੱਚ 14 ਸਾਲ ਦੀ ਉਮਰੇ ਹੀ ਆਪ ਜੀ ਨੇ ਕੰਡਕਟਰ ਦੀ ਨੌਕਰੀ ਸ਼ੁਰੂ ਕਰ ਦਿੱਤੀ। ਆਪ ਜੀ ਦਾ ਵਿਆਹ 17 ਜੂਨ 1979 ਨੂੰ ਸਰਦਾਰਨੀ ਗੁਰਿੰਦਰ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰਾਂ ਕਮਲਜੀਤ ਸਿੰਘ ਅਤੇ ਗੁਰਵੀਰ ਸਿੰਘ ਅਤੇ ਪੁੱਤਰੀ ਕੁਲਜੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਸਭ ਤੋਂ ਵੱਡੀ ਗੱਲ ਆਪ ਜੀ ਨੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਸਨ 1980 ਵਿੱਚ ਆਪ ਜੀ ਪੰਜਾਬ ਆ ਗਏ ਅਤੇ ਟਰੱਕ ਲੈ ਕੇ ਚਲਾਉਣ ਲੱਗੇ। ਆਪ ਜੀ ਨੇ ਹਰ ਕੰਮ ਨੂੰ ਇੰਨੀ ਤਨਦੇਹੀ ਨਾਲ ਕੀਤਾ ਕਿ ਉਸ ਵਿੱਚ ਉન્નਤੀ ਹਾਸਿਲ ਕੀਤੀ। 1996 ਵਿੱਚ ਆਪਣੇ ਕਾਰੋਬਾਰ ਨੂੰ ਵਧਾਉਂਦੇ ਹੋਏ ਆਪ ਜੀ ਨੇ ਡੇਅਰੀ ਅਤੇ ਖੇਤੀਬਾੜੀ ਦਾ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸਰਦਾਰ ਬਦੇਸ਼ਾ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਖਿੜੇ ਮੱਥੇ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਸਰਦਾਰ ਗੁਰਜੀਤ ਸਿੰਘ ਬਦੇਸ਼ਾ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਹਿੰਦੇ ਨੇ ਬੰਦਾ ਜਦੋਂ ਜਿਉਂਦਾ ਹੁੰਦਾ ਹੈ ਨਾ, ਉਹਦੀ ਕਈ ਰਿਸ਼ਤੇਦਾਰੀ ਹੁੰਦੀ ਹੈ। ਉਹ ਸਭਨਾਂ ਵਿੱਚ ਬੈਠ ਕੇ ਆਪਣੀ ਅਕਲ ਮੁਤਾਬਕ ਸਲਾਹ ਵੀ ਦਿੰਦਾ ਹੈ ਤੇ ਲੋਕ ਉਹਦੇ ਕੋਲ ਚੱਲ ਕੇ ਸਲਾਹ ਲੈਣ ਵਾਸਤੇ ਵੀ ਆਉਂਦੇ ਨੇ। ਉਦੋਂ ਗੱਲਾਂ ਕਰਦਾ ਹੈ, ਉਦੋਂ ਗੱਲਾਂ ਕਰਦਾ ਹੈ। ਕਹਿੰਦੇ ਬੰਦਾ ਉਸ ਵੇਲੇ ਆਪਣੇ ਆਪ ਨੂੰ ਕਈ ਵਾਰ ਸਿਆਣਾ ਵੀ ਸਮਝਣ ਲੱਗ ਜਾਂਦਾ ਹੈ, ਪਰ ਕਹਿੰਦੇ ਜਦੋਂ ਭਾਣਾ ਵਰਤ ਜਾਂਦਾ ਹੈ ਨਾ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਵਾ। ਜਿਵੇਂ ਇੱਕ ਬਗਲਾ ਦਰਿਆ ਦੇ ਕੰਢੇ ਸਤਿਗੁਰੂ ਕਹਿੰਦੇ ਬੈਠਾ ਹੁੰਦਾ ਹੈ, ਉਹ ਬੈਠਾ ਆਪਣੀਆਂ ਖੇਡਾਂ ਖੇਡਦਾ ਹੈ। ਕੀ ਖੇਡਾਂ ਖੇਡਦਾ ਹੈ? ਉਹਦਾ ਕੰਮ ਹੈ ਮੱਛਲੀਆਂ ਖਾਣਾ। ਉਹ ਦਰਿਆ ਦੇ ਵਿੱਚੋਂ ਮੱਛੀਆਂ ਚੁਗਦਾ ਹੈ, ਚੁੰਝ ਨਾਲ ਤਾਂ ਨੂੰ ਚੱਕ ਕੇ ਮਾਰਦਾ ਤੇ ਬੋਝ ਲੈਂਦਾ ਹੈ। ਬੈਠਾ ਕੇਲ ਕਰੇ ਤੇ ਹੁੰਦਾ ਕੀ ਹੈ? ਕੇਲ ਕਰੇਂਦੇ ਹੰਝ ਨੂੰ। ਉਹ ਜੋ ਬਗਲਾ ਬੈਠਾ ਖੇਡਾਂ ਖੇਡਦਾ ਹੁੰਦਾ ਹੈ, ਉਹਨੂੰ ਕਈ ਵਾਰ ਮੌਤ ਦੇ ਬਾਜ ਆ ਕੇ ਨਾਲ ਲੈ ਜਾਂਦੇ ਨੇ, ਝਪੱਟਾ ਮਾਰਦੇ ਨੇ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਕਿਹੜੇ ਬਾਜ? ਬਾਜ ਪਏ ਤਿਸ ਰੱਬ ਦੇ, ਮੌਤ ਰੂਪੀ ਬਾਜ ਰੱਬ ਦੇ। ਉਹ ਜਮਦੂਤ, ਉਹ ਦੇਵਤੇ ਰੱਬ ਦੇ ਭੇਜੇ ਆਉਂਦੇ ਨੇ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ। ਉਹ ਖੇਡਾਂ ਸਾਰੀਆਂ ਕਹਿੰਦੇ ਨੂੰ ਵਿਸਰ ਜਾਂਦੀਆਂ ਨੇ। ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦਾ ਕਿ ਮੇਰੀ ਮੌਤ ਨੇ ਆ ਜਾਣਾ। ਅਚਿੰਤੇ ਬਾਜ, ਜੋ ਮਨ ਚਿੱਤ ਨਾ ਚੇਤੇ ਸਨ। ਕਈ ਵਾਰ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦਾ। ਸਾਡੇ ਵੀਰ ਜੀ ਕਮਲਜੀਤ ਸਿੰਘ ਬਦੇਸ਼ਾ ਜੀ ਨੇ ਦੱਸਿਆ ਹੈ ਨਾ ਕਿ ਦਵਾਈ ਲੈਣ ਵਾਸਤੇ ਹਸਪਤਾਲ ਗਏ ਸਾਂ।
कदे चित चेते विच भी नहीं सी। हुंदा है दवाई लैन चले आ, दवाई लैके आवांगे, खावांगे, ठीक हो जाएंगे। चित चेते विच भी नहीं सी कि भाना वापर जाना है। सो ये सतगुर ने जिन्नी आरजू बख्शिश की उन्होंने भोगते हुए साडे वीर जी सतगुर के चरणों में जा बिराजे ने। ते कबीर जी कहते हुण होया कि बाबा बोलते ते कहाँ गए, देही के संग रहते। जदों कहते मनुख देह दे विच हुंदा ना, शरीर दे विच वो गल्लां करता है, प्यार दिंदा है, होर दुनियावी काम करता है, पर जदों इस शरीर दे विचों आत्मा उस परमात्मा दी अंश निकल जाती है, ज्योति जोत रली संपूर्ण थी यार, उस वेले परिवार सारा विछोड़े दे विच दुखी हो जाता है। कई बार तो आप ऐसा भी देखा है कि शरीर मंजे ते पिया हुंदा है, परिवार शरीर दे उत्ते लम्मा पह पह के रोंदा है, कहंदा बापू एक बार उठ। पत्नी पति नूं कहंदी है एक बार उठ के मेरे नाल गल ते करो। धीआं पुत्तर पोते पोतरियां दोते दोतरियां कट्ठे हो जाते हैं, कहते ने बापू जी साडे नाल एक बार ते गल करो। पर बापू गल किवें करे, क्योंकि बापू दे विच गल करन वाली जो चीज़ सी उस परमात्मा दी अंश वो आत्मा निकल चुकी है, ते हुण शरीर मंजे ते लम्मा पिया। ते कबीर जी की कहंदे ने, आओ सरवण करिए। बाबा बोलते थे बाबा बोलते थे बाबा बोलते थे, कहाँ गए बाबा कहाँ गए, कहाँ गए बाबा कहाँ गए। बाबा बोलते थे बाबा बोलते थे, कहाँ गए बाबा कहाँ गए, कहाँ गए बाबा कहाँ गए। देही के संग रहते देही के संग रहते, कहाँ गए बाबा कहाँ गए, कहाँ गए बाबा कहाँ गए। गगन नगर एक बूंद न बरखे, गगन नगर एक बूंद न बरखे, नाद कहाँ जो समाना। पार ब्रह्म परमेश्वर माधो, परम हंस लै सिधाना, परम हंस लै सिधाना। बाबा कहाँ गए बाबा कहाँ गए, कहाँ गए बाबा कहाँ गए।
देही के संग रहते देही के संग रहते कहाँ गए बाबा कहाँ गए कहाँ गए बाबा कहाँ गए सुरत माहे जो नृत्य करते सुरत माहे जो नृत्य करते कथा वार्ता कहते बजावन हारो कहाँ गयो बजावन हारो कहाँ गयो जिन एह मंदर कीना साखी शब्द सूरत नहीं उपजै खिंच तेज सब लीना। कबीर जी कहंदे बजावन हारो कहाँ जिन ए मंदिर कीना इस शरीर दे अंदर जड़े वाजे वजदे सी ना मैं आ करना मैं ओ करना कबीर जी कहंदे कित्थे गया बजावन हारो कहाँ गयो जिन ए मंदिर कीना साखी शब्द सुरत नहीं उपजे। हुण कहंदे मूँह दे विचों ही वो गल्लां निकलनियां बंद हो गईयां दिमाग नूं सुरत ना रही। जान वेले जदों अंतम समा हुंदा कबीर जी कहंदे खिंच तेज सब लीना शरीर दे अंदर कोई बल नहीं रहिंदा कोई बल नहीं रहिंदा शरीर दे अंदर क्योंकि मौत सामने खड़ी हुंदी है उस वेले। श्रवण बिकल पए संग तेरे इंद्री का बल था का जेड़े कन तेरे नाल हर वेले तेरियां गल्लां तेरियां सिफतां सुनदे सन उन्हां भी तेरा साथ छड्ड दिता इंद्री का बल था तेरे ज्ञान इंद्रे भी सारे तेरा साथ छड्ड गए। तू बोल नहीं सकदा तू सुन नहीं सकदा जदों तू बिरध अवस्था विच चला जाना है तेरे पैर डगमगान लग जाते तेरे कन थक जाते ने कन भी तेरा साथ छड्ड जाते ने तेरा तो इत्थे कुछ भी नहीं। चरण रहे कर टरक परे हैं मुखों ना निकसे पाता कहंदे पैर डगमगान लग जाते ने मुख तो फिर चंगी तरह बोलिया भी नहीं जाता तेरा बोलिया किसी नूं समझ नहीं आउंदा। इस करके जप लिया कर सतनाम 12 बरस बालपन बीते 20 बरस किछ तप ना कियो 30 बरस किछ देव न पूजा फिर पछताना बिरध पियो। सतगुर कहंदे जदों बंदा बचपन विच हुंदा है ना उदों भी परमेश्वर नाल नहीं जुड़दा। कोई विरले ने जिहड़े जुड़दे ने कोई विरले कोई नहीं जुड़दा। 12 बरस बालपन बीते उन्होंने कहो ना नाम जप लिया कर बेटा यही काम होना है। कहेगा भाई साहब जी हजे तो मेरी खेडन की उम्र है हजे मेरे ते जवानी आनी है फिर मेरा बुढ़ापा आना है तो फिर ही मैं इस दुनिया तो जाना है जदों बुढ़ापा आएगा तो मैं नाम जप लाँगा। आस है आस है
पर सतगुर कहते एडी वड्डी आस ना ला के रख। पढ़ते हैं ना गुरबाणी, कई जन्म गर्भ हिर खरिया। कई बार आप सुनते हैं बच्चा पैदा होया ही मरिया होया सी, आखो सतनाम। सतगुर कहते केड़ी आस ते बैठा है। 30 बरस किछ देव ना पूजा। जदों तू 20 सालां दा हो गया, जवान हो गया, तेनू उस वेले क्या नाम जप लै, तू क्या हजे खाण पीण दी उम्र है, हजे तो मैं दुनिया दे विच विचरना है, अपना नाम बनाना है। जदों मैं बुढ़ापे विच जावेंगा तो जप लवांगा। तो जे बजुर्ग नूं कह दिओ, वो कहंदा हुण अगे जाके जपांगे, आखो सतनाम। अगे जाके कोई समा नहीं मिलना। अगे जाके तो धर्म राय दे जमदूत बैठे ने, जो जमाए केस गए पटके, तो दिन किछ ना बसाएगा, मन राम सिमर पछताएगा। ते जे नाम जपिया है ते फिर रे रे दरगे कहे ना को, आओ बैठ आदर सुन। फिर दरगाह दे विच तैनू जियो आया आख्या जाना है। वो ही कबीर जी कहते ने, कहते जे नाम जपना है, जां ते बचपन विच जपिया जाएगा, जां जवानी दे विच। जदों तू बुढ़ा हो गया, तेरे कोल कंध ते ढोल आए तो बिना बैठ भी नहीं होना, आखो सतनाम। किवें भगती करेंगा? तेरियां अखां दी जोत घट जानी है, तेरे कन्नां दी ताकत घट जानी, नहीं सुननगे सतनाम श्री वाहिगुरू। तेरी जीभ नहीं बोल सकेगी सतनाम श्री वाहिगुरू, तेरी जीभ भी लड़खड़ाएगी। इस करके जप लिया कर सतनाम श्री वाहिगुरू। थाका मन कुंचर उर थाका, तेज सूत तार रमते, थाके पंच दूत सब तस कर, आप अपने प्रमते। कबीर जी इस शब्द के अंदर जो बंदा इस दुनिया तो चला जाता है ना, उस वेले का सीन भी सानू दिखाते हैं। सीन दिखाते हैं सर अखां दे सामने, बंदिया तेरे नाल होना की है। की कहते हैं कबीर जी? मृतक पए दसै बंद छूटे, मृतक मित्र भाई सब छोरे, सबना मरना आया विछोड़ा, सबना पुछो जाए सियाणिया आगे मिलन। क्या जाना किव मरेंगे कैसा मरना होए, जेकर साहिब मनो न विसरे तां सैला। कोई विरले ने जेड़े मंगते ने, पातशाह मेरा अंतम वेला सौखा हो जाए, मेरे शरीर की संभाल तुसी आप करनी। उस वेले नहीं सांभिया सतगुरां ने। अज भी सतगुरु नूं कोई याद करे तो सतगुर किसी ना किसी रूप में आके उन्होंने दर्शन दे ही जाते ने। मन बैराग पया, मन बैराग भया, दर्शन देखने का चाओ, दर्शन देखने का चाओ। तन सो तेरा थान, तन सो तेरा थान, दर्शन देखने का चाओ, दर्शन देखने का चाओ। मन बैराग भया, मन दर्शन देखने का चाओ, दर्शन
देखने का चाओ, दर्शन देखने का चाओ, दर्शन देखने का चाओ। रामकली महला तीजा आनंद। एक ओंकार सतगुर प्रसाद। आनंद पिया मेरी माए सतगुरु मैं पाया, सतगुर ता पाया सहज सेती मन वजियां वधाइयां। राग रतन परवार परियां शब्द गावन आइयां। शब्दोत गावो हरि केरा मन जिने वसाया। कहे नानक आनंद होआ सतगुरु मैं पाया। ए मन मेरे तू हर नाल रहो तू मन मेरे। दुख सब विसारना अंगीकारो करे तेरा कारज सब सवार। सबना गल्लां समरथ स्वामी सो क्यों मनो सार। कहे नानक मन मेरे सदा रहो हर नाम। साचे साहेबा क्या नहीं घर तेरे, करता तेरे सब किछ है जिस देवै सो पावै। सदा सिफत सलाह तेरी नाम मन वसावे। नाम जिनके मन वसया वाजे शब्द कनेर। कहे नानक सच्चे साहिब क्या नहीं कर तेरे। सच नाम मेरा आधार, सच नाम आधार मेरा। जिन भुखा सब गवाए कर शांत सुख माने आए वसया। सदा कुर्बान किता गुर विटो जिस दियां ए वड्याइयां। कहे नानक सुनो संतो शब्द तरो प्यार। सच नाम मेरा आधार होवा जे पंच शब्द तित कर सुभागे। कर सुभागे शब्द वाजे कला जित घर तारिया। पंच दूत तुद वस कीते तुर करम पाया तुद जिनको से नाम हर के लाग। कहे नानक तैं सुख होआ तित कर अनहद वाज। आनंद सुनो वड भागियो सगल मनोरथ पूरे। पार ब्रह्म प्रभ पाया उतरे सगल वसुरे। दुख रोग संताप उतरे सुनी। संत साजन भये सरसे पूरे गुर ते जान। सुनते पुनित कहते पवित्र सतगुर रहे पर पूरे। बिनवंत नानक गुर चरण लागे वाजे अनहद तू रस लोक। पवन गुरु पानी पिता माता तरत महत। दिवस रात दोए दाई दाया खेलै सगल जगत। चंगियाइयां बुरियाइयां वाचे धर्म हदूर। करमी आपो अपनी के नेड़े के दूर। जिन्ने नाम ते आया गए मुसक्कत काल। नानक ते मुख उजले केती छुट्टी नाल। जिन्नी नाम ते आया गए मुसक्कत काल। नानक ते मुख उजले केती छुट्टी नाल। 10वां पातशाह श्री गुरु गोबिंद सिंह साहिब जी सब पाई हुए सहाय। 10वां पातशाह नदी जोत श्री गुरु ग्रंथ साहिब जी के पाठ दीदार का ध्यान करके बोलो जी पंजाब प्यारिया चौहां साहिबजादियां 40 मुक्तियां हड्डियां जपियां तपियां जिन्ना नाम जपिया वंड छकिया देव तिलाई देव राही। देख गया निक कीता तिना प्यारिया सत्यारे की कमाई का ध्यान करके खालसा जी बोलो जी वाहिगुरू। जिना सिंघां सिंघड़ियां ने धर्म हेतु जीत दिते। बंद बंद कटाई कुकड़ियां लोहाइयां चलतियां ते चढ़े।
ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ। ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਦਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇਗ ਫਤਿਹ। ਬਿਰਦ ਕੀ ਕਾਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਗੁਰ ਬਾਲੇ ਬੋਲਾ ਜੀ। ਸਿੱਖੀ ਦਾਨ ਕੇਸ ਦਾਨ ਰਾਜ ਦਾਨ ਵਿਵੇਕ ਦਾਨ ਸਾਵਧਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਸਤਿਗੁਰੂ ਧੰਨ ਧੰਨਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਦਾ ਤਾਰ ਪਿਤਾ ਜੀਓ। ਆਪ ਜੀ ਦੇ ਪਾਵਨ ਹੁਕਮ ਅਨੁਸਾਰ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ। ਨਾਨਕ ਕਿਸਨ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਜਿਹਾ ਚੀਰੀ ਲਿਖਿਆ ਇਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਦੇ ਪਾਵਨ ਹੁਕਮ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸਰਦਾਰ ਗੁਰਜੀਤ ਸਿੰਘ ਜੀ ਵਿਦੇਸ਼ਾ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਪਿਛਲੇ ਦਿਨੀ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ ਦਾਤਾਰ ਪਿਤਾ ਜੀਓ। ਇਹਨਾਂ ਦੀ ਵਿਛੜੀ ਹੋਏ ਰੂਹ ਦੀ ਕਲਿਆਣ ਵਾਸਤੇ ਕਲਿਆਣਕਾਰੀ ਬਾਣੀ ਤੁਰਕੀ ਬਾਣੀ ਆਈ। ਤਿਨ ਸਗਲੀ ਚਿੰਤ ਮਿਟਾਈ ਜੀ ਦੇ ਗ੍ਰਹਿ ਵਿਖੇ ਸੇਵਕ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਪਾਵਨ ਗੁਰਬਾਣੀ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਪਾਵਨ ਹੁਕਮ ਅਨੁਸਾਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਆਪ ਜੀ ਦੇ ਹਜੂਰ ਵਿਛੜੀ ਹੋਈ ਰੂਹ ਦੇ ਨਿਮਿਤ ਦਾਤਾਰ ਪਿਤਾ ਜੀਓ ਹਰ ਜਸ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਦਾਤਾਰ ਪਿਤਾ ਜੀਓ। ਪਾਵਨ ਬਾਣੀ ਦਾ ਜਪ ਕਰਦਿਆਂ ਹਰ ਜਸ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਿਓ। ਗਾਂ ਤੋਂ ਸਮਤ ਬਖਸ਼ਿਸ਼ ਕਰਨੀ ਜੇ ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ। ਆਪਣੇ ਚਰਨਾਂ ਕਮਲਾਂ ਵਿਖੇ ਨਿਵਾਸ ਬਖਸ਼ਿਸ਼ ਕਰਨਾ ਜੀ। ਪਰਿਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ। ਦੁੱਖਾਂ ਦਲਿਦਰਾਂ ਵਿਘਨਾਂ ਦੇ ਨਾਸ਼ ਕਰਕੇ ਆਉਣ ਵਾਲਾ ਸਮਾਂ ਪਰਿਵਾਰ ਨੂੰ ਸੁਹਾਵਣਾ ਬਖਸ਼ਿਸ਼ ਕਰਨਾ। ਬੱਚਿਆਂ ਨੂੰ ਦੇ ਰੋਗਤਾ ਨਾਮ ਦੀ ਦਾਤ ਗੁਰਮਤਿ ਦੀ ਦਾਤ ਬਖਸ਼ਿਸ਼ ਕਰਨੀ। ਦੇਸ਼ਾਂ ਪ੍ਰਦੇਸ਼ਾਂ ਵਿੱਚ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾਰ ਪਿਤਾ ਜੀਓ। ਇਸ ਕਾਲ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਰਬੱਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੇ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਦਮ ਸਵਾਸ ਦੇਖੇ ਲਾਉਣੇ ਜੀ। ਪਾਵਨ ਦਰਗਾਹੀ ਹੁਕਮ ਬਖਸ਼ੋ ਨਿਹਾਲ ਕਰੋ ਜੀ। ਹੁਕਮਨਾਮੇ ਤੇ ਚੱਲਣ ਦੀ ਸਮਤ ਬਖਸ਼ੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ। ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਬਾਰ। ਜਿਉ ਬਨ ਫਲ ਪਾਕੇ ਭੋਏ ਗ੍ਰਹਿ ਬਹੁਰ ਨਾ ਲਾਗਹਿ ਡਾਰ। ਸੁਕਹੁ ਟਲ ਗੁਰ ਸੇਵੀਐ ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ
ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਨਾਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹੋ ਕਹਾ ਆਪਣੀ ਅਦਮਾਈ। ਉਰਜਿਓ ਕਨਕ ਕਾਮਨੀ ਕੇ ਰਸ। ਨਹ ਕੀਰਤ ਪ੍ਰਭ ਗਾਈ। ਕਹੋ ਕਹਾ ਆਪਣੀ ਅਦਮਾਈ। ਉਰਜਿਓ ਕਨਕ ਕਾਮਨੀ ਕੇ ਰਸ। ਨਹ ਕੀਰਤ ਪ੍ਰਭ ਗਾਈ। ਰਹਾਉ ਜਗ ਝੂਠੇ ਕੋ ਸਾਚ ਜਾਣ ਕੈ। ਤਾਸਿਓ ਰੁਚ ਉਪਜਾਈ। ਦੀਨ ਬੰਦ ਸਿਮਰਿਓ ਨਹੀਂ ਕਬਹੂ। ਹੋਤ ਜੋ ਸੰਗ ਸਹਾਈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ। ਛੁੱਟੀ ਨ ਮਨ ਕੀ ਕਾਈ। ਕਹਿ ਨਾਨਕ ਅਬ ਨਾਹਿ ਅਨੰਤ ਗਤ। ਬਿਨ ਹਰ ਕੀ ਸਰਨਾਈ। ਮਗਨ ਰਹਿਓ ਮਾਇਆ ਮੈਂ ਨਿਸ ਦਿਨ। ਛੁੱਟੀ ਨ ਮਨ ਕੀ ਕਾਈ। ਕਹਿ ਨਾਨਕ ਅਬ ਨਾਹਿ ਅਨੰਤ ਗਤ। ਬਿਨ ਹਰ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਵੀਰ ਕਮਲਜੀਤ ਸਿੰਘ ਨੂੰ ਜੋ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦਾ ਬਲ ਉਦਮ ਬਖਸ਼ਿਸ਼ ਕਰਨ ਅਤੇ ਚੰਗੀ ਸੋਚ ਚੰਗੀ ਵਿਚਾਰ ਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਬਖਸ਼ਿਸ਼ ਕਰਨ। ਦੇ ਰੋਗਤਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ 5100 ਰੁਪਇਆ ਸਰਦਾਰ ਗੁਰਜੀਤ ਸਿੰਘ ਦੀ ਯਾਦ ਵਿੱਚ ਭੇਟਾ ਕੀਤਾ ਗਿਆ ਅਤੇ 5100 ਰੁਪਇਆ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਵਾਸਤੇ ਅਤੇ 3100 ਰੁਪਇਆ ਪ੍ਰਾਇਮਰੀ ਸਕੂਲ ਵਾਸਤੇ ਜੋ ਵਿਛੜੀ ਹੋਈ ਰੂਹ ਦੀ ਯਾਦ ਵਿੱਚ ਪਰਿਵਾਰ ਵੱਲੋਂ ਭੇਟਾ ਕੀਤਾ ਗਿਆ। ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨਾ। ਪਰਿਵਾਰ ਦੀ ਮਾਇਆ ਸਫਲੀ ਕਰਨਾ। ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨਾ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਾਹਿਬ ਸੰਗਤ ਜੀਓ, ਅੱਜ ਆਪਾਂ ਬਹੁਤ ਪਰੇ ਮਨ ਨਾਲ ਕਹਿਣਾ ਪੈਂਦਾ ਕਿ ਮੇਰਾ ਛੋਟਾ ਵੀਰ ਜਲੀ ਸਿੰਘ ਦੇਸਾ ਜੀ ਦਾ ਸ਼ਾਮਲ ਹੋਇਆ। ਆਪਾਂ ਸਭ ਤੋਂ ਪਹਿਲਾਂ ਮੈਂ ਫਰਿਆਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਜੀਤ ਸਿੰਘ ਦੇਸਾ ਜੀ ਹੁਣੇ ਅਚਾਨਕ ਛੋੜੇ ਦੇ ਗਏ। 6 ਤਰੀਕ ਨੂੰ ਗੁਰੂ ਘਰ ਭੋਗ ਤੇ ਆਏ ਇੱਥੇ। ਦੋਤੀ ਦਾ ਵਿਆਹ ਸੀਗਾ। ਭੋਗ ਤੇ ਮੈਂ ਬਾਅਦ ਚ ਬੰਦਾ ਭੇਜਿਆ ਉਹਨਾਂ ਨਾਲ ਵੀ ਆਪਾਂ ਸਗਨ ਪਾਉਣ ਜਾਣਾ। ਬਾਅਦ ਫੋਨ ਮੈਨੂੰ ਕੀਤਾ ਉਹਨਾਂ ਨੇ, ਵੱਡੇ ਭਾਜੀ ਮੈਂ ਠੰਡਾ ਦੁੱਧ ਪੀ ਲਿਆ, ਬੁਖਾਰ ਬਹੁਤ ਹੋ ਗਿਆ, ਅੱਜ ਮੈਂ ਜਾ ਨਹੀਂ ਸਕਦਾ ਨਾ ਸਗਨ ਪਾਉਣ ਵਾਸਤੇ, ਤੇ ਕੱਲ ਨੂੰ ਵਿਆਹ 'ਚ ਆਵਾਂਗੇ। ਕੱਲ ਮੁੜ ਕੇ ਆਈ ਨਹੀਂ। ऐसे बवाल होए, रब नूं प्यारे हो गया, पर बहुत ही दुख होया। ये दुख कभी भुल नहीं सकता, क्योंकि कंध वाले प्रदेश कमलजीत सिंह हाजर सन कोल
ਗੁਰਵੀਰ ਸਿੰਘ ਤੇ ਕੁਲਜੀਤ ਕੌਰ ਬੇਟੀ ਉਹਨਾਂ ਦੀ ਵਿਦੇਸ਼ ਬੈਠੇ ਆ, ਉਹ ਆ ਨਹੀਂ ਸਕੇ। ਤੇ ਇਸ ਦਾ ਮਾਮਲਾ ਬਹੁਤ ਇਹਨੂੰ ਕਿਹਾ ਜਾਂਦਾ ਵੀ ਬਹੁਤ ਔਖਾ। ਗੁਰਜੀਤ ਸਿੰਘ ਜੀ ਹੁਣੀ ਜਿਵੇਂ ਕਹਿ ਲਵਾਂ ਬਹੁਤ ਹੀ ਸੱਚੇ ਸੁੱਚੇ ਇਨਸਾਨ ਸਨ। ਮੇਰਾ ਉਹਨਾਂ ਦਾ ਭਰਾਵਾਂ ਪਿਆਰ ਸੀਗਾ। 30 ਸਾਲ ਤੋਂ ਲੈ ਕੇ ਇਕੱਠੇ ਤੁਰੇ ਹੋਏ ਆ। ਕਦੇ ਵੀ ਉਹ ਝੂਠ ਨਹੀਂ ਬੋਲਦੇ ਸੀਗੇ, ਸੱਚੀ ਗੱਲ ਕਰਦੇ ਸੀਗੇ। ਜਿਹਨਾਂ ਹੈਗੇ ਉਹਨਾਂ ਹੈ ਪੂਰੇ ਹੈਗੇ ਆ। ਐਵੇਂ ਕਹਿਣਾ ਨਹੀਂ ਸਾਰੇ ਪਾਸੇ ਤੁਰੇ ਫਿਰਨਾ ਉਹਨਾਂ ਨੇ, ਪਰ ਮੈਂ ਤਾਂ ਜਦ ਤੱਕ ਮੇਰੀ ਜ਼ਿੰਦਗੀ ਹੈ ਕਦੀ ਭੁੱਲ ਨਹੀਂ ਸਕਦਾ। ਸਾਰਾ ਨਗਰ ਉਹਨਾਂ ਦੀ ਜਾਨ ਨਾਲ ਘਰ ਭਰਤੀ ਕੱਲ ਕੇ ਜੀਣ ਦੁੱਖ ਹੋਇਆ। ਕੋਈ ਜੋ ਇਨਸਾਨ ਚੰਗਾ ਹੋਵੇ, ਚੰਗਾ ਵਿਹਾਰ ਦਾ ਚੰਗਾ ਹੋਵੇ, ਸਭ ਸਤਿਕਾਰ ਕਰਦਾ ਹੋਵੇ, ਮਿੱਠਾ ਬੋਲਦਾ ਹੋਵੇ, ਹਮੇਸ਼ਾ ਵਾਸਤੇ ਸਹੀ ਕੰਮਾਂ ਵਿੱਚ ਸਹਿਯੋਗ ਦਿੰਦਾ ਹੋਵੇ, ਉਹ ਕਦੀ ਭੁੱਲ ਨਹੀਂ ਸਕਦਾ। ਜੋ ਚੰਗਿਆਈ ਹੈ ਇਨਸਾਨ ਦੀ ਉਹ ਛੁਪਾਈ ਨਹੀਂ ਜਾ ਸਕਦੀ। ਉਹ ਟਾਈਮ ਕਾਫੀ ਹੋ ਗਿਆ। ਐਮਐਲ ਸਾਹਿਬ ਵੀ ਆਏ ਹੋਏ ਆ, ਸਾਡੇ ਸਭ ਚੇਅਰਮੈਨ ਗੁਰਜਾਰ ਸਿੰਘ ਜੀ ਬੜੇ ਉਹਨਾਂ ਲਾਗਲੇ ਦੋਸਤ ਸਭ ਵੀ ਆਏ ਹੋਏ ਆ। ਆਪ ਪਾਰਟੀ ਦੇ ਵੀ ਲੀਡਰ ਸਾਹਿਬਾਨ ਬਲਕਾਰ ਸਿੰਘ ਆਏ ਹੋਏ ਆ। ਉਹ ਟਾਈਮ ਕਾਫੀ ਹੋ ਗਿਆ। ਇਹਨਾਂ ਸ਼ਬਦਾਂ ਨਾਲ ਮੈਂ ਪਰਿਵਾਰ ਨੂੰ ਦੁੱਖ ਸਾਂਝਾ ਕਰਦਾ ਹੋਇਆ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਰ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਉਹਨਾਂ ਨੂੰ ਆਪਣੇ ਚਰਨਾਂ ਦਾ ਵਾਪਸ ਕਰੋ। ਜੋ ਪਰਿਵਾਰ ਨੂੰ ਘਾਟਾ ਪਿਆ ਵਾ, ਨਗਰ ਨੂੰ ਘਾਟਾ ਪਿਆ, ਆਪ ਵੀ ਕਿਰਪਾ ਕਰਨੀ ਮਹਾਰਾਜ। ਤੁਸੀਂ ਉਹ ਘਾਟਾ ਪੂਰਾ ਹੋ ਨਹੀਂ ਸਕਦਾ, ਪਰ ਆਪ ਹੀ ਸਾਨੂੰ ਹੌਸਲੇ ਦੇਣੇ ਆ। ਇਹ ਸ਼ਬਦਾਂ ਨਾਲ ਮੈਂ ਆਈ ਸਕਦਾ ਬਹੁਤ ਧੰਨਵਾਦ ਕਰਦਾ। ਉਹ ਕਿਰਪਾ ਕਰਨ, ਉਹਨਾਂ ਦੇ ਚਰਨ ਵਾਪਸ ਕਰਨ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ 'ਚ ਬੈਠੀ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੀਦਿਆ ਦਰਿਆਵੇ ਕੰਢੇ ਬੰਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਦ ਨੂੰ ਅਚਿੰਤੇ ਬਾਜ ਪਏ, ਬਾਜ ਪਏ ਉਸ ਰੱਬ ਤੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇੱਕ ਬਹੁਤ ਹੀ ਹੱਸਦਾ ਖੇਡਦਾ ਪਰਿਵਾਰ, ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ। ਪਰਮਾਤਮਾ ਨੇ ਸਾਰੀਆਂ ਦਾਤਾਂ ਦਿੱਤੀਆਂ, ਬਹੁਤ ਕੁਝ ਦਿੱਤਾ, ਪਰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਉਸ ਸੱਚੇ ਪਾਤਸ਼ਾਹ ਨੇ ਕਦੋਂ ਪਰਿਵਾਰ ਦੇ ਕੋਲੋਂ ਖੋਹ ਕੇ ਲੈ ਜਾਣਾ। ਸੋ ਬੈਠੇ ਸੀ ਇੱਕ ਦਿਨ, ਐਮਐਲਏ ਸਾਹਿਬ ਵੀ ਆਏ, ਗੱਲਾਂ ਕਰਦੇ ਸੀ ਕਿ ਸਾਡੇ ਪਿੰਡ ਥੋੜਾ ਚਿਰ ਪਹਿਲਾਂ ਇੱਕ ਸੁਸਾਇਟੀ ਦੀ ਇਲੈਕਸ਼ਨ ਹੋਈ ਤੇ ਉਸ ਦਿਨ ਇੱਥੇ ਸਾਡੇ ਡੀਐਸਪੀ ਸ਼ਾਹਕੋਟ ਵਾਲੇ ਵੀ ਆਏ। ਮੈਂ ਉਹਨਾਂ ਨੂੰ ਉੱਧਰ ਲੈ ਗਿਆ ਗੁਰਜੀਤ ਸਿੰਘ ਕੇ ਘਰੇ। ਉੱਥੇ ਅਸੀਂ ਬੈਠੇ, ਕਮਲ ਨੇ ਸਾਨੂੰ ਖਾਣਾ ਖਵਾਇਆ, ਅਸੀਂ ਤਿੰਨੇ ਬੈਠੇ। ਸੋ ਗੁਰਜੀਤ ਸਿੰਘ ਤੋਂ ਇੱਕ ਦਿਨ ਪਹਿਲਾਂ ਉਹ ਚਲੇ ਗਏ, ਦੂਸਰੇ ਦਿਨ ਗੁਰਜੀਤ ਸਿੰਘ ਜੀ ਚਲੇ ਗਏ। ਇਹ ਗੱਲ ਕਰਦੇ ਸੀ ਕਿ ਆਉਣ ਵਾਲੇ ਸਮੇਂ ਦਾ ਨਹੀਂ ਕੋਈ ਪਤਾ ਕਿ ਕਦੋਂ ਕਿਸੇ ਨੇ ਚਲੇ ਜਾਣਾ, ਕਦੋਂ ਸੱਚੇ ਪਾਤਸ਼ਾਹ ਨੇ ਕਿਸੇ ਨੂੰ ਲੈ ਜਾਣਾ। ਸੋ ਅਜੇ ਉਹਨਾਂ ਦਾ ਜਾਣ ਦਾ ਕੋਈ ਸਮਾਂ ਨਹੀਂ ਸੀ, ਪਰ ਕੁਦਰਤ ਦੇ ਮਰੇ ਕੋਈ ਜ਼ੋਰ ਨਹੀਂ। ਸੋ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਉਹਨਾਂ ਲਈ ਅਰਦਾਸ ਕਰਨ ਵਾਸਤੇ ਇਕੱਤਰ ਹੋਏ ਆ। ਆਪਾਂ ਸਾਰੇ ਜਾਣੇ ਅਰਦਾਸ ਕਰੀਏ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਸੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਪਿੱਛੇ ਉਹ ਆਪਣੇ ਵਰਗਾ ਪਰਿਵਾਰ, ਆਪਣੇ 2 ਬੱਚੇ, ਇੱਕ ਬੇਟੀ ਛੱਡ ਗਏ, ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਉਹਨਾਂ ਦੇ ਰਸਤੇ ਤੇ ਚੱਲਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਤੇ ਆ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਹਾਵਾਕ ਅਨਸਾਰ।
ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਈ ਸਾਹਿਬ ਗੁਰਜੀਤ ਸਿੰਘ ਜੀ ਵਿਦੇਸ਼ਾ ਸਾਹਿਬ, ਜੋ ਪ੍ਰਮਾਤਮਾ ਵੱਲੋਂ ਦਿੱਤੀ ਹੋਈ ਆਰਜ਼ੂ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਪਹੁੰਚੇ। ਮੈਂ ਸਮਝਦਾ ਬੇਵਕਤ ਸਮੇਂ ਦੀ ਮੌਤ ਪਰਿਵਾਰ ਨੂੰ ਬੜਾ ਸੰਕਟ ਦੇ ਵਿੱਚ ਖੜਾ ਕਰ ਦਿੰਦੀ। ਜਿਹੜੀ ਚੀਜ਼ ਪਰਿਵਾਰ ਨੇ ਜਾਂ ਆਪਾਂ ਸਾਰਿਆਂ ਨੇ ਸੋਚੀ ਨਾ ਹੋਵੇ, ਉਹ ਸਮਾਂ ਆ ਜਾਵੇ ਤਾਂ ਮੈਂ ਸਮਝਦਾ ਇਸ ਤੋਂ ਦੁਖਦਾਈ ਸਮਾਂ ਕੀ ਹੋ ਸਕਦਾ। ਥੋੜੇ ਜਿਹੇ ਢਿੱਲੇ ਹੋਏ, ਕਮਲ ਹਸਪੀਟਲ ਲੈ ਗਿਆ ਤਾਂ ਉੱਥੋਂ ਘਰ ਵਾਪਸ ਨਹੀਂ ਆ ਪਾਏ। ਬੜੀ ਅਜੀਬੋ-ਅਜੀਬ ਜਿਹੜੀਆਂ ਮੌਤਾਂ ਸਾਡੇ ਪਰਿਵਾਰਾਂ 'ਚ ਆ ਰਹੀਆਂ, ਮੈਂ ਸਮਝਦਾ ਕੋਈ ਕੁਦਰਤ ਦੀ ਕਰੋਪੀ ਆ। ਜਦੋਂ ਵੀ ਮਿਲਣਾ ਬੜਾ ਪਿਆਰ ਮਿਲਿਆ ਇਹਨਾਂ ਤੋਂ, ਠੰਡੇ ਜਿਹੇ ਸੁਭਾਅ 'ਚ ਗੱਲ ਕਰਨੀ ਤਾਂ ਬੜਾ ਸਪਸ਼ਟ ਜਿਹੀ ਗੱਲ ਕਰਨੀ। ਮੈਂ ਸਮਝਦਾ ਅੱਜ ਪਰਿਵਾਰ ਨੂੰ ਨਹੀਂ ਘਾਟਾ, ਨਗਰ ਨੂੰ ਨਹੀਂ, ਸਾਡੇ ਇਲਾਕੇ ਨੂੰ ਬੜਾ ਵੱਡਾ ਘਾਟਾ। ਪਰਿਵਾਰ ਨੂੰ ਤਾਂ ਬੱਚਿਆਂ ਨੂੰ, ਚਾਹੇ ਕਮਲਜੀਤ, ਚਾਹੇ ਗੁਰਬੀਰ ਵਿਦੇਸ਼ 'ਚ ਬੈਠਾ, ਸਾਡੀ ਭੈਣ ਜਾਂ ਸਾਡੇ ਸਤਿਕਾਰਯੋਗ ਵੱਡੇ ਭੈਣ ਜੀ, ਉਹਨਾਂ ਦੇ ਧਰਮ ਸੁਪਤਨੀ, ਜਿਨ੍ਹਾਂ ਨੂੰ ਇੱਕ ਪਰਿਵਾਰ ਤੋਂ ਮੁਖੀ ਜਾਣ ਨਾਲ ਘਾਟਾ ਪਿਆ। ਮੈਂ ਸਮਝਦਾ ਸਾਡੇ ਇਲਾਕੇ ਨੂੰ ਇਹਦਾ ਬੜਾ ਕਹਿਤ ਸਹਿ ਘਾਟਾ। ਇਹੋ ਜਿਹੀ ਚੰਗੀ ਸੋਚ ਵਾਲੇ ਇਨਸਾਨ ਜਦੋਂ ਸਮਾਜ 'ਚੋਂ ਜਾਂਦੇ ਆ, ਜਿਹੜੇ ਲੋਕ ਉਹਨਾਂ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਬਹੁਤ ਵੱਡਾ ਉਹ ਨੁਕਸਾਨ ਹੁੰਦਾ। ਇਸ ਪਰਿਵਾਰ ਦੀ ਜਿੰਨੀ ਵੀ ਗੱਲ ਕਰ ਲਈਏ ਉਹ ਥੋੜੀ ਹੈ, ਕਿਉਂਕਿ ਮਿਹਨਤ ਕਰਕੇ ਵੱਡਾ ਪਰਿਵਾਰ ਆ। ਵਿਦੇਸ਼ਾ ਪਰਿਵਾਰ ਸਾਡੇ ਇਲਾਕੇ ਦਾ ਇੱਕ ਨਾਮਵਰ ਪਰਿਵਾਰ ਆ। ਕੁਝ ਦਿਨ ਪਹਿਲਾਂ ਬਾਬਾ ਜੀ ਦੇ ਧਰਮ ਸੁਪਤਨੀ ਚਲੇ ਗਏ। ਇਹ ਸਾਰੇ ਪਰਿਵਾਰਾਂ ਦੇ ਵਿੱਚ ਜਦੋਂ ਵਾਰ-ਵਾਰ ਦਿਖਾਂਤ ਵਾਪਰ ਰਿਹਾ, ਉਦੋਂ ਬੈਠੇ ਸੀ ਸਾਡਾ ਗੁਰਮੁਖ ਸਿੰਘ ਜੀ, ਕਮਲਜੀਤ ਜੀ, ਅਸੀਂ ਸਾਰੇ ਬੈਠੇ ਸੀ, ਪਰ ਪੁਕਾਰ ਜੀ ਵੀ ਸੀ, ਚੱਠਾ ਸਾਹਿਬ ਸੀ। ਇਹੋ ਹੀ ਗੱਲ ਕਰ ਰਹੇ ਸੀ ਵੀ ਆਪਣੇ ਪਰਿਵਾਰਾਂ ਦੇ ਵਿੱਚ ਜੀਆਂ ਦੀ ਬੜੀ ਕਮੀ ਆ ਰਹੀ, ਬੜੀ ਢਾਹ ਲੱਗ ਰਹੀ ਹੈ। ਪਰ ਜੋ ਵੀ ਪ੍ਰਾਣੀ ਇਸ ਸੰਸਾਰ ਵਿੱਚ ਆਉਂਦਾ, ਉਹ ਪ੍ਰਮਾਤਮਾ ਦੇ ਹੁਕਮ ਨਾਲ ਆਉਂਦਾ, ਤਾਂ ਉਹਦੇ ਹੁਕਮ ਨਾਲ ਇੱਥੋਂ ਜਾਂਦਾ। ਸਮਾਂ ਸਥਾਨ ਨਿਸ਼ਚਿਤ ਹੈ ਪ੍ਰਮਾਤਮਾ ਵੱਲੋਂ, ਉਸ ਤੋਂ ਅੱਗੇ ਅਸੀਂ ਇੱਕ ਵੀ ਸਵਾਸ ਨਹੀਂ ਜੀ ਸਕਦੇ। ਅੱਜ ਵੀ ਆਪਾਂ ਸਾਰਿਆਂ ਨੇ ਰਲ ਕੇ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਆ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ। ਬੜੀ ਕਹਿ ਦੇਣਾ ਬੜਾ ਸੌਖਾ, ਭਾਣਾ ਮੰਨਣ ਦਾ ਬਲ ਬਖਸ਼ਣ, ਪਰ ਮਨ ਨਹੀਂ ਹੁੰਦਾ। ਬੜਾ ਔਖਾ ਹੁੰਦਾ ਜਦੋਂ ਇਹੋ ਜਿਹਾ ਦਿਖਾਂਤ ਵਾਪਰੇ ਤਾਂ ਭਾਣਾ ਮੰਨਣਾ ਵਾਕਿਆ ਔਖਾ ਹੁੰਦਾ। ਪਰ ਪ੍ਰਮਾਤਮਾ ਤੋਂ ਅਸੀਂ ਬੇਮੁਖ ਨਹੀਂ ਹੋ ਸਕਦੇ। ਉਹਨਾਂ ਦੇ ਹੁਕਮ ਨਾਲ ਅਸੀਂ ਇਸ ਜ਼ਿੰਦਗੀ 'ਚ ਆਪਣਾ ਸਫ਼ਰ ਬਤੀਤ ਕਰਦੇ ਹਾਂ, ਤਾਂ ਅਖੀਰ ਉਹਨਾਂ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ। ਇਹਨੂੰ ਕੌੜਾ ਕਰਕੇ ਮੰਨ ਲਈਏ, ਇਹਨੂੰ ਮਿੱਠਾ ਕਰਕੇ ਮੰਨ ਲਈਏ, ਮੰਨਣਾ ਪੈਣਾ। ਸੋ ਮੈਂ ਸਮਝਦਾ ਕਮਲਜੀਤ ਨੂੰ ਬਹੁਤ ਵੱਡਾ, ਬਾਕੀ ਸਾਰੇ ਪਰਿਵਾਰ ਨੂੰ ਇਹ ਘਾਟਾ। ਕਮਲਜੀਤ ਨਾਲ ਬੜਾ, ਕਿਉਂਕਿ ਜਦੋਂ ਬੰਦਾ ਕੋਈ ਕਾਰੋਬਾਰਾਂ 'ਚ ਲੱਗਾ ਹੋਵੇ, ਕਾਰੋਬਾਰ ਕੋਈ ਕਰਦੇ ਹੋਣ, ਤੇ ਜਦੋਂ ਬਜ਼ੁਰਗਾਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਣ ਤਾਂ ਕਦੀ ਕੋਈ ਫਿਕਰ ਨਹੀਂ ਹੁੰਦਾ ਕਾਰੋਬਾਰ ਕਰਦੇ ਆ। ਅੱਜ ਮੈਂ ਸਮਝਦਾ ਕਮਲਜੀਤ ਤੇ ਡਬਲ ਜ਼ਿੰਮੇਵਾਰੀ ਪੈ ਗਈ। ਇੱਥੇ ਪਰਿਵਾਰ ਦੀ ਜ਼ਿੰਮੇਵਾਰੀ ਵੀ, ਅੱਜ ਜਿਹੜੀ ਸਾਡੀ ਸਮਾਜਿਕ ਰਸਮ ਹੈ ਪਗੜੀ, ਉਹ ਵੀ ਸੰਗਤ ਦੇ ਵਿੱਚ, ਜੋ ਸਾਡੀ ਪੁਰਾਣੀ ਜੋ ਬਜ਼ੁਰਗਾਂ ਦੀ ਸਾਨੂੰ ਉਹਨਾਂ ਨੇ ਦੱਸਿਆ, ਅਸੀਂ ਉਹਨਾਂ ਦੇ ਦੱਸੇ ਅਨੁਸਾਰ ਜੋ ਕਾਰਜ ਕਰਦੇ ਹਾਂ, ਉਹ ਵੀ ਜ਼ਿੰਮੇਵਾਰੀ ਪਈ। ਤੇ ਕਾਰੋਬਾਰ ਦੀ ਜ਼ਿੰਮੇਵਾਰੀ, ਦੋ ਤਰ੍ਹਾਂ ਜ਼ਿੰਮੇਵਾਰੀਆਂ ਹੁਣ ਕਮਲਜੀਤ ਤੇ ਆ ਪਈਆਂ। ਅੱਜ ਬੜਾ ਔਖਾ ਦੌਰ ਆ, ਕਰੋਨਾ ਮਹਾਮਾਰੀ ਦਾ ਸਮਾਂ ਸੀ, ਗੁਰਬੀਰ ਨਹੀਂ ਆ ਸਕਿਆ, ਬੱਚੀ ਨਹੀਂ ਆ ਸਕੀ। ਮੈਂ ਸਮਝਦਾ ਉਹ ਉੱਥੇ ਬੈਠੇ
ਆਪਣੇ ਦੁੱਖ ਜ਼ਾਹਰ ਕਰ ਰਹੇ ਆ, ਆਪਣੇ ਬਾਪ ਦੀ ਅੰਤਮ ਅਰਦਾਸ ਨੂੰ ਦੇਖ ਰਹੇ ਹੋਣੇ ਆ। ਸੋ ਇਹ ਜਿਹੜੇ ਵਿਦੇਸ਼ ਦੂਰ ਬੈਠ ਜਾਂਦੇ ਆ, ਵਿਦੇਸ਼ਾਂ ਦੇ ਸੁੱਖ ਵੀ ਆ ਤੇ ਦੁੱਖ ਵੀ ਆ, ਦੋਨੇ ਤਰ੍ਹਾਂ ਹੀ ਆ। ਜਦੋਂ ਇਹੋ ਜਿਹਾ ਸਮਾਂ ਆਉਂਦਾ ਅਸੀਂ ਨਹੀਂ ਸਾਰੇ ਪਰਿਵਾਰ ਪਹੁੰਚ ਸਕਦੇ। ਵੈਸੇ ਵੀ ਆ ਜਿਹੜਾ ਸੈਕੰਡ ਫੇਜ਼ ਕਰੋਨਾ ਦਾ ਆਇਆ, ਇਹ ਬਹੁਤ ਭਾਰੀ ਨੁਕਸਾਨ ਹੋ ਰਿਹਾ, ਜਿੱਥੇ ਸਾਡਾ ਜਾਨੀ ਨੁਕਸਾਨ ਬਹੁਤ ਹੋ ਰਿਹਾ। ਸੋ ਇਸ ਕਰਕੇ ਇਹਦੇ ਲਈ ਵੀ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ। ਸੰਗਤ ਦੀ ਕਦੀ ਅਰਦਾਸ ਕੀਤੀ ਬਿਰਥੀ ਨਹੀਂ ਜਾਂਦੀ। ਤੇ ਦੂਜਾ ਜਿਹੜਾ ਅੱਜ ਸਾਡੇ ਤੇ ਬੜਾ ਵੱਡਾ ਸੰਕਟ ਆ, ਸਮਾਂ ਥੋੜਾ ਸਮਾਂ ਨਹੀਂ ਜਾਇਜ਼ ਦਿੰਦਾ। ਸੰਕਟ ਜਿਹੜਾ ਅੱਜ ਸਾਡੇ ਬਜ਼ੁਰਗ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਅੱਜ ਦਿੱਲੀ ਬਾਰਡਰਾਂ ਤੇ ਬੈਠਣ ਨੂੰ ਮਜਬੂਰ ਹੋਏ ਆ, ਕਿਉਂਕਿ ਅਸੀਂ ਪੰਜਾਬੀ ਉਹ ਲੋਕ ਆ ਜਿਨ੍ਹਾਂ ਨੇ ਹਮੇਸ਼ਾ ਸੰਘਰਸ਼ ਕਰਕੇ ਅੱਗੇ ਵਧੇ ਆ। ਜੇ ਮੈਂ ਇਹ ਗੱਲ ਨਹੀਂ ਕਹੂੰਗਾ ਇੱਥੇ ਤਾਂ ਮੈਂ ਉਹ ਗਲਤੀ ਕਰੂੰਗਾ। ਮੈਂ ਸਮਝਦਾ ਵੀ ਜੇ ਮੈਂ ਆਪਣੇ ਪਰਿਵਾਰਾਂ ਦੀ ਗੱਲ ਨਹੀਂ ਕਹੂੰਗਾ, ਸੁਨੇਹਾ ਨਹੀਂ ਦਊਂਗਾ, ਤਾਂ ਉਹ ਮੇਰੀ ਵੀ ਗਲਤੀ ਹੋਊਗੀ। ਕਿਉਂਕਿ ਦਿੱਲੀ ਸਰਕਾਰ ਨੇ ਜਿਹੜੇ 3 ਨੋਟੀਫਿਕੇਸ਼ਨ ਲਿਆ ਕੇ ਬਿੱਲ ਲੈ ਕੇ ਆਂਦਾ ਪਾਰਲੀਮੈਂਟ 'ਚ, ਉਹਦੇ ਵਿਰੋਧ ਦੇ ਵਿੱਚ ਅਸੀਂ ਉੱਥੇ ਗਏ। ਕਿਸਾਨ ਜਥੇਬੰਦੀਆਂ ਇਹਦੀ ਅਗਵਾਈ ਕਰ ਰਹੀਆਂ। ਠੀਕ ਹੈ, ਉੱਥੇ ਸਾਡਾ ਫਰਜ਼ ਬਣਦਾ। ਅੱਜ ਉਹ ਵਿਰੋਧ ਕਰ ਰਹੇ ਹਾਂ, ਅੱਜ ਉਸ ਜਿਹੜਾ ਅਸੀਂ ਉਹਦਾ ਰੋਸ ਵੀ ਜ਼ਾਹਰ ਕਰ ਰਹੇ ਹਾਂ। ਅੱਜ ਸਾਨੂੰ ਉਹਦੀ ਜਿਹੜੀ ਕਾਮਯਾਬੀ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮਿਲਣੀ ਹੈ, ਕਿਉਂਕਿ ਪੰਜਾਬ ਖੇਤੀ ਤੇ ਨਿਰਭਰ ਹੈ। 80% ਖੇਤੀ ਆ ਤੇ ਨਿਰਭਰ ਹੈ। ਜੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਾਲੇ ਦੌਰ ਦੇ ਵਿੱਚ ਛੱਡ ਕੇ ਜਾਣਾ ਤਾਂ ਫਿਰ ਆਪਾਂ ਕਤਈ ਕਰਾਂਗੇ, ਮੈਂ ਸਮਝਦਾ। ਕਿਉਂਕਿ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ, ਸਾਡੇ ਬਜ਼ੁਰਗਾਂ ਨੇ ਸੰਘਰਸ਼ ਕਰਕੇ ਸਾਨੂੰ ਹਰੀ ਕ੍ਰਾਂਤੀ ਦੀ ਗੱਲ ਕੀਤੀ, ਸਾਨੂੰ ਖੁਸ਼ਹਾਲੀਆਂ ਦਿੱਤੀਆਂ, ਸਾਨੂੰ ਏਡੇ ਏਡੇ ਮਹਿਲ ਬਣਾ ਕੇ ਦਿੱਤੇ। ਤੇ ਜੇ ਅੱਜ ਅਸੀਂ ਉੱਥੋਂ ਕਤਈ ਕਰਾਂਗੇ ਤਾਂ ਮੈਂ ਸਮਝਦਾ ਅਸੀਂ ਆਪਣੇ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਕਰਾਂਗੇ। ਸੋ ਅੱਜ ਸਾਨੂੰ ਲੋੜ ਆ ਉਸ ਮੂਵਮੈਂਟ ਦੇ ਵਿੱਚ, ਚਾਹੇ ਇੱਥੋਂ ਬੈਠੇ ਚਾਹੇ ਉੱਥੇ ਜਾ ਕੇ ਯੋਗਦਾਨ ਪਾਈਏ। ਉਹਨਾਂ ਪਰਿਵਾਰਾਂ ਲਈ ਵੀ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਵੀ ਜਿਹੜਾ ਸਾਡਾ ਮਿਸ਼ਨ ਆ ਉਹਨੂੰ ਪੂਰਾ ਕਰਕੇ ਸੁੱਖੀ ਸੰਦੀ ਘਰਾਂ ਨੂੰ ਆਉਣ। ਅਖੀਰ ਵਿੱਚ ਮੈਂ ਬਹੁਤ ਪਰਿਵਾਰ ਨਾਲ ਪੁਰਾਣੀਆਂ ਸਾਂਝਾਂ ਵੱਡੇ ਬਜ਼ੁਰਗਾਂ ਤੋਂ ਲੈ ਕੇ, ਔਰ ਜੇ ਮੈਂ ਅੱਜ ਮੰਚ ਤੇ ਖੜਾ ਤੇ ਇਹਨਾਂ ਪਰਿਵਾਰਾਂ ਦੀ ਬਦੌਲਤ ਆ। ਇਸ ਮੰਚ ਤੇ ਜੇ ਮੈਨੂੰ ਇਹਨਾਂ ਸਾਰਿਆਂ ਨੇ MLA ਬਣਾ ਕੇ ਉਸ ਵਿਧਾਨ ਸਭਾ 'ਚ ਭੇਜਿਆ, ਇਹਦੇ ਵਿੱਚ ਸਾਹ ਗੁਰਜੀਤ ਸਿੰਘ ਜੀ ਦਾ ਵੀ ਅਹਿਮ ਯੋਗਦਾਨ ਹੈ। ਤਾਂ ਮੈਂ ਸਮਝਦਾ ਹੁਕਮ ਹੋਇਆ ਧੰਨਵਾਦ ਕਰਨ ਲਈ ਮੇਰੀ ਡਿਊਟੀ ਵੀ ਬਣਦੀ ਹੈ। ਧੰਨਵਾਦ ਕਰਾਂ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਆਸ਼ੀਰਵਾਦ ਸਦਕਾ ਅਸੀਂ ਇਸ ਜ਼ਿੰਦਗੀ ਦੇ ਵਿੱਚ ਸਫ਼ਰ ਬਤੀਤ ਕਰਦੇ ਹਾਂ। ਤੇ ਉਹਨਾਂ ਦਾ ਹਮੇਸ਼ਾ ਸਾਡੇ ਸਿਰ ਤੇ ਹੱਥ ਮਿਹਰ ਭਰਿਆ ਰਹਿੰਦਾ। ਇਹ ਔਖੇ ਸਮੇਂ 'ਚੋਂ ਵੀ ਉਹਨਾਂ ਨੇ ਸਾਨੂੰ ਬਾਹਰ ਕੱਢਣਾ। ਤਾਂ ਧੰਨਵਾਦ ਕਰਾਂ ਗੁਰੂ ਘਰ ਦੇ ਵਜ਼ੀਰਾਂ ਦਾ, ਤੇ ਧੰਨਵਾਦ ਕਰਦਾ ਸਾਡੇ ਰਾਗੀ ਸਿੰਘਾਂ ਦਾ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਔਰ ਮੌਤ ਦੇ ਸਫ਼ਰ ਬਾਰੇ ਬਾਣੀ ਦੇ ਵਿੱਚੋਂ ਸ਼ਬਦਾਂ ਰਾਹੀਂ ਵਰਣਨ ਕੀਤਾ। ਤਾਂ ਧੰਨਵਾਦ ਆਈ ਹੋਈ ਸਾਰੀ ਸੰਗਤ ਦਾ। ਇੱਕ ਇੱਕ ਕਦਮ ਚੱਲਿਆ ਸਾਡੇ ਪਰਿਵਾਰ ਦੇ ਸਿਰ ਮੱਥੇ, ਵਿਦਿਸ਼ਾ ਪਰਿਵਾਰ ਦੇ ਕਮਲਜੀਤ ਵੱਲੋਂ, ਸਾਰੇ ਪਰਿਵਾਰ ਵੱਲੋਂ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ। ਤੁਸੀਂ ਆ ਕੇ ਸਿਆਣਿਆਂ ਦਾ ਕਿਹਾ, ਖੁਸ਼ੀ ਵੇਲੇ ਇਕੱਠੇ ਹੋਈਏ ਤਾਂ ਖੁਸ਼ੀ ਵੱਧਦੀ ਆ, ਦੁੱਖ ਵੇਲੇ ਇਕੱਠੇ ਹੋਈਏ ਤਾਂ ਦੁੱਖ ਘਟਦਾ। ਅੱਜ ਵਿਦਿਸ਼ਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਘਟਾਇਆ ਔਰ ਢਾਰਸ ਦਿੱਤੀ, ਪਰਿਵਾਰ ਨੂੰ ਹੌਸਲਾ ਦਿੱਤਾ। ਤੁਹਾਡੇ ਆਉਣ ਨਾਲ ਪਰਿਵਾਰ ਆਉਣ ਵਾਲਾ ਸਮਾਂ ਜਿਹੜਾ ਪਰਿਵਾਰ ਤੇ ਹੌਸਲੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੂਗਾ। ਸੋ ਅਖੀਰ ਵਿੱਚ ਮੈਂ ਬੇਨਤੀ ਕਰਦਾ, ਗੁਰੂ ਕੀ ਦੇਗ ਵਰਤੇਗੀ, ਗੁਰੂ ਕੀ ਦੇਗ ਲੈਣ ਉਪਰੰਤ ਗੁਰੂ ਦਾ ਲੰਗਰ ਤਿਆਰ ਹੈ, ਸਾਰਿਆਂ ਨੇ ਲੋੜ ਮੁਤਾਬਕ ਛਕ ਕੇ ਜਾਣਾ। ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਅਖੀਰ ਵਿੱਚ ਮੈਂ ਆਪਣੇ ਵੱਲੋਂ, ਆਪਣੇ ਸ਼ੇਰਵਾਲੀਆ ਪਰਿਵਾਰ ਵੱਲੋਂ, ਆਪਣੇ ਸਾਰੇ ਸਾਥੀਆਂ ਵੱਲੋਂ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਸੱਚੇ ਪਾਤਸ਼ਾਹ ਪਰਮਾਤਮਾ ਸਾਡੇ ਸਤਿਕਾਰਯੋਗ ਬਜ਼ੁਰਗਾਂ ਨੂੰ ਆਪਣੇ ਚਰਨਾਂ 'ਚ ਨਿਵਾਸਨ ਬਖਸ਼ੋ, ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਇੰਨੀ ਬੇਨਤੀ ਕਰਦਾ ਹੋਇਆ ਸਾਰੀ ਸੰਗਤ ਤੋਂ ਕਿ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।